जी दोस्तों, ਸਾਡੇ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੋਵੇ। ਹਾਂਜੀ ਦੋਸਤੋ, ਕਾਫੀ ਟਾਈਮ ਤੋਂ ਕੀ ਹੈ ਇਹਨਾਂ ਵੈਕੈਂਸੀਆਂ ਦਾ ਜਿਹੜਾ ਕੀ ਹੈ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਅਤੇ ਇਹ ਜਿਹੜੀਆਂ ਪੋਸਟਾਂ ਕਿ ਜੋ 2374 ਪੋਸਟਾਂ ਜਿਹੜੀਆਂ ਹੈਗੀਆਂ ਉਹ ਕੀ ਹੈ ਅੱਜ ਇਹਨਾਂ ਦਾ ਨੋਟੀਫਿਕੇਸ਼ਨ ਕਿ ਜਾਰੀ ਕਰ ਦਿੱਤਾ ਗਿਆ। ਜੋ 2374 ਪੋਸਟਾਂ ਹੈਗੀਆਂ ਉਹ ਪੰਜਾਬ ਦੇ 36 ਵਿਭਾਗਾਂ ਵਿੱਚ ਇਹਨਾਂ ਦੀ ਭਰਤੀ ਕੀਤੀ ਜਾਣੀ ਹੈਗੀ ਹੈ। ਸੋ ਇਹ ਜਿਹੜੀ ਭਰਤੀ ਹੈਗੀ ਹੈ ਇਹ ਮਤਲਬ ਕਿ ਹੁਣ ਤੱਕ ਦੀ ਕਾਫੀ ਜ਼ਿਆਦਾ ਪੋਸਟਾਂ ਦੀ ਭਰਤੀ ਹੈਗੀ ਹੈ ਅਤੇ ਇਹਦੇ ਵਿੱਚ ਕੀ ਜਿਹੜੀ ਤੁਹਾਨੂੰ ਕੰਪਲੀਟ ਜਾਣਕਾਰੀ ਦੇਣ ਵਾਸਤੇ ਇਹ ਵੀਡੀਓ ਬਣਾਈ ਗਈ ਹੈ ਕਿ ਇਹਦੇ ਵਿੱਚ ਜਿਹੜੀ ਕੰਪਿਊਟਰ ਯੋਗਤਾ ਹੈਗੀ ਹੈ ਉਸ ਨੂੰ ਲੈ ਕੇ ਡਾਊਟ ਜੋ ਹੈਗੀ ਹੈ ਅਤੇ ਦੂਜਾ ਇਹਦੇ ਵਿੱਚ ਕੀ ਸੈਲਰੀ ਬਾਰੇ ਜਾਣਕਾਰੀ ਐਂਡ ਜਿਹੜੀ ਤੀਜਾ ਕੀ ਹੈ ਮੋਸਟ ਇੰਪੋਰਟੈਂਟ ਇਹਦੇ ਵਿੱਚ ਕਿ ਜੋ BC ਅਤੇ SC ਐਂਡ EWS ਸਰਟੀਫਿਕੇਟ ਹੈਗਾ ਉਹਦਾ ਫੋਰਮੈਟ ਕੀ ਹੋਣਾ ਚਾਹੀਦਾ ਹੈਗਾ ਐਂਡ ਅਤੇ ਉਹ ਕੈਂਡੀਡੇਟ ਕੀ ਕਰਨਗੇ ਜਿਨ੍ਹਾਂ ਕੋਲ ਕੀ ਹੈ ਪੁਰਾਣਾ ਸਰਟੀਫਿਕੇਟ ਹੈ, ਕਿਉਂਕਿ ਜਿਹੜੇ ਕਿ ਇਹਦੇ ਵਿੱਚ ਜਿਹੜਾ ਸਰਟੀਫਿਕੇਟ ਹੈਗਾ ਉਹ ਅਪਲੋਡ ਕੀਤਾ ਜਾਣਾ ਹੈਗਾ। ਅਤੇ ਦੂਜਾ ਉਸ ਤੋਂ ਬਾਅਦ ਜਿਹੜਾ ਸਿਲੇਬਸ ਫੁੱਲ ਟੈਸਟ ਹੈ ਇਹਦੇ ਵਿੱਚ ਕੀ ਜੋ ਸਿਲੇਬਸ ਫੁੱਲ ਟੈਸਟ ਹੈ ਉਹ ਵੀ ਇਹਦੇ ਵਿੱਚ ਡਿਸਕਸ ਕੀਤਾ ਗਿਆ ਐਂਡ ਜੋ ਟਾਈਪਿੰਗ ਟੈਸਟ ਇਹਦੇ ਵਿੱਚ ਹੋਏਗਾ ਅਤੇ ਕਿਹੜੇ ਉਮੀਦਵਾਰ ਕਿ ਇਹਨਾਂ ਪੋਸਟਾਂ ਨੂੰ ਭਰਨ ਲਈ ਅਯੋਗ ਹੈਗੇ ਹੈ। ਇਹਦੇ ਵਿੱਚ ਇੱਕ ਹੋਰ ਦੋ ਚੀਜ਼ ਹੈਗੀ ਜਿਵੇਂ ਕਿ ਗ੍ਰੈਜੂਏਸ਼ਨ ਵਾਲੇ ਜਿਹੜੇ ਉਮੀਦਵਾਰ ਹੈਗੇ ਹੈ ਜਿਨ੍ਹਾਂ ਨੇ ਕੀ ਹੈ ਗ੍ਰੈਜੂਏਸ਼ਨ ਕੀਤੀ ਗਈ ਹੈ ਐਂਡ ਪਲੱਸ ਉਹਨਾਂ ਕੋਲ ਕੋਈ ਨਾ ਕੋਈ ਕੰਪਿਊਟਰ ਡਿਗਰੀ ਹੈਗੀ ਹੈ। ਲੋੜ ਨਹੀਂ ਹੈਗੀ ਜਿਹੜਾ 120 ਘੰਟੇ ਵਾਲਾ ਸਰਟੀਫਿਕੇਟ ਹੈਗਾ ਐਂਡ ਦੂਜਾ ਕੀ ਹੈ ਜਿਹੜਾ ਆਪਾਂ ਨੋਟੀਫਿਕੇਸ਼ਨਸ ਦੇ ਵਿੱਚ ਦਿੱਤੇ ਗਏ ਸੈਲਰੀ ਦੇ ਜਿਹੜੇ ਵੱਖ-ਵੱਖ ਪਹਿਲੂ ਹੈਗੇ ਆ ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਪਹਿਲਾਂ ਜਿਹੜਾ ਕਿ ਇਹਨਾਂ ਪੋਸਟਾਂ ਵਾਸਤੇ ਕਿ ਔਨਲਾਈਨ ਐਪਲੀਕੇਸ਼ਨ ਜਿਹੜਾ ਕਿ ਸ਼ੁਰੂ ਹੋ ਚੁੱਕਿਆ ਹੈ। ਤੁਸੀਂ ਔਨਲਾਈਨ ਅਪਲਾਈ ਅੱਜ ਤੋਂ ਹੀ ਕਰ ਸਕਦੇ ਹੋ ਅਤੇ ਤੁਹਾਨੂੰ ਕਰਨਾ ਵੀ ਚਾਹੀਦਾ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਇਹਨਾਂ ਪੋਸਟਾਂ ਵਾਸਤੇ ਅਪਲਾਈ, ਕਿਉਂਕਿ ਟਾਈਮ ਬਹੁਤ ਘੱਟ ਦਿੱਤਾ ਗਿਆ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ। ਦੂਜਾ ਇਹਦੇ ਵਿੱਚ ਕੀ ਹੈ ਜੋ ਇਹ ਟੋਟਲ ਡਿਪਾਰਟਮੈਂਟ ਅਪਰੋਕਸੀਮੇਟ ਕੀ ਜਿਹੜੀ 36 ਦੇ ਲਗਭਗ ਜਿਹੜੇ ਵਿਭਾਗ ਹੈਗੇ ਉਹਨਾਂ ਵਿੱਚ ਇਹ ਭਰਤੀ ਕੀਤੀ ਗਈ ਹੈ। ਜਿਹੜੀ ਹਾਈਐਸਟ ਜਿਹੜੇ ਨੰਬਰ ਆਫ ਅਪੁਆਇੰਟਮੈਂਟ ਹੈਗੇ ਉਹ ਕੀ ਡਾਇਰੈਕਟਰ ਐਜੂਕੇਸ਼ਨ ਦੇ ਵਿੱਚ ਕੀਤੀ ਜਾਣੀ ਹੈਗੀ ਹੈ ਐਂਡ ਦੈਨ ਉਸ ਤੋਂ ਬਾਅਦ ਇਹਦੇ ਵਿੱਚ ਕੀ ਜਿਹੜਾ ਹੋਰ ਡਿਪਾਰਟਮੈਂਟ ਹੈਗੇ ਆ ਉਹਨਾਂ ਵਿੱਚ ਵੀ ਭਰਤੀ ਕੀਤੀ ਜਾਣੀ ਹੈ। ਅਤੇ ਜਿਹੜੇ ਡਿਪਾਰਟਮੈਂਟ ਐਲੋਕੇਸ਼ਨ ਹੈ ਇਹਦੇ ਵਿੱਚ ਆਪਾਂ ਕੀ ਫਿਰ ਕਿਸੇ ਹੋਰ ਵੀਡੀਓ ਵਿੱਚ ਡਿਸਕਸ ਕਰਾਂਗੇ ਕਿਸ ਤਰ੍ਹਾਂ ਡਿਪਾਰਟਮੈਂਟ ਐਲੋਕੇਟ ਕੀਤਾ ਜਾਂਦਾ ਹੈਗਾ। ਦੈਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੈਲਰੀ ਜਿਹੜਾ ਤਨਖਾਹ ਸਕੇਲ ਅਤੇ ਭੱਤੇ ਜਿਹੜੇ ਹੈਗੇ ਆ। ਜਿਹੜਾ ਪੇ ਸਕੇਲ ਇਹਦੇ ਵਿੱਚ ਕੀ ਹੈ ਪੇ ਮੈਟ੍ਰਿਕ 7th ਪੇ ਕਮਿਸ਼ਨ ਦਾ ਹੈਗਾ ਲਾਗੂ ਹੋਏਗਾ ਐਂਡ ਉਹਦੇ ਵਿੱਚ ਕੀ ਹੈ ਜਿਹੜਾ ਇਹਦੇ ਵਿੱਚ ਦੱਸਿਆ ਗਿਆ ਕਿ ਵਿੱਤ ਵਿਭਾਗ ਦੇ ਪੱਤਰ ਨੰਬਰ 1145 ਦੇ ਵਿੱਚ ਦੱਸਿਆ ਗਿਆ ਕਿ ਜੋ ਬਾਕੀ ਜਿਹੜੇ ਇਹਦੇ ਵਿੱਚ ਜਿਹੜੇ ਭੱਤੇ ਮਿਲਣੇ ਹੈਗੇ ਆ ਉਹਦੇ ਬਾਰੇ ਬਾਅਦ ਵਿੱਚ ਕੀ ਹੈ ਦੱਸਿਆ ਜਾਏਗਾ ਐਂਡ ਉਸ ਤੋਂ ਬਾਅਦ ਇਹਦੇ ਵਿੱਚ ਜੋ 6th ਪੇ ਕਮਿਸ਼ਨ ਦੀ ਕੋਈ ਸਿਫਾਰਿਸ਼ ਇਹਦੇ ਵਿੱਚ ਰਿਵੀਜ਼ਨ ਨਹੀਂ ਕੀਤੀ ਜਾਏਗੀ, ਕਿਉਂਕਿ ਇਹਦੇ ਵਿੱਚ ਕੀ ਹੈ ਜੋ 6th ਪੇ ਕਮਿਸ਼ਨ ਹੈ ਉਹਦਾ ਕੀ ਹਾਲੇ ਜੋ ਮਤਲਬ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਅਤੇ ਉਹਦੀ ਜਿਹੜੀ ਕੀ ਹੈ ਕੋਈ ਵੀ ਰਿਕਮੈਂਡੇਸ਼ਨ ਇਸ 'ਤੇ ਲਾਗੂ ਨਹੀਂ ਹੋਏਗੀ। ਤਾਂ ਮੁੱਢਲੀ ਗੱਲ ਜਿਹੜੀ ਨਿਕਲ ਕੇ ਵੀ ਇੰਨੀ ਤਨਖਾਹ ਇਹਨਾਂ ਕਲਰਕਾਂ ਨੂੰ ਨਿਯੁਕਤੀ ਸਮੇਂ ਦਿੱਤੀ ਜਾਏਗੀ ਜਿਹਦੇ ਵਿੱਚ ਤੁਹਾਡਾ ਕੀ ਹੈ 19,900 ਦੇ ਵਿੱਚ ਤੁਹਾਡਾ 1999 ਰੁਪਏ ਤੁਹਾਡਾ ਜਿਹੜਾ ਕੀ ਹੈ CPF ਕੱਟ ਲਿਆ ਜਾਏਗਾ ਐਂਡ ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਬਚਦੀ ਜਿਹੜੀ ਰਕਮ ਹੈਗੀ 17,900 ਕੁਝ ਤੁਹਾਨੂੰ ਇਨ ਹੈਂਡ ਸੈਲਰੀ ਮਿਲਿਆ ਕਰੇਗੀ ਇਹਦੇ ਵਿੱਚ ਜੇਕਰ ਤੁਸੀਂ ਅਪੋਇੰਟ ਹੁੰਦੇ ਹੋ ਤਾਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ। ਕੁਆਲੀਫਿਕੇਸ਼ਨ ਦੇ ਵਿੱਚ ਕੀ ਜਿਹੜੇ ਬੈਚਲਰ ਡਿਗਰੀ ਫਰੋਮ ਰੈਕੋਗਨਾਈਜ਼ ਯੂਨੀਵਰਸਿਟੀ ਐਂਡ ਇੰਸਟੀਟਿਊਟ ਇਹਦੇ ਵਿੱਚ ਕੀ ਹੈ ਹੁਣ ਜਿਨ੍ਹਾਂ ਦਾ ਕੀ ਹੈਗਾ 23/11 ਤੱਕ ਉਹਨਾਂ ਕੋਲ ਇਹ ਡਿਗਰੀ ਹੋਣੀ ਚਾਹੀਦੀ ਹੈਗੀ ਹੈ। ਵੀ ਕਹਿਣ ਦਾ ਭਾਵ ਹੈ ਜੇਕਰ ਤੁਸੀਂ ਪਾਸ ਆਊਟ ਕਰ ਜਾਂਦੇ ਹੋ 23/11 ਤੱਕ ਤਾਂ ਤੁਹਾਨੂੰ ਕੀ ਹੈ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨ ਦੇ ਯੋਗ ਹੈਗੇ ਹੋ। ਉਸ ਤੋਂ ਬਾਅਦ ਕੀ ਹੈ ਇੱਥੇ ਇੱਕ ਐਕਸਟਰਾ ਜਿਹੜੀ ਕੁਆਲੀਫਿਕੇਸ਼ਨ ਹੈਗੀ ਹੈ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ 120 ਘੰਟਿਆਂ ਵਾਲਾ ਜਿਹੜਾ ਕੀ ਹੈ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ। ISO ਸਰਟੀਫਾਈਡ ਹੁੰਦਾ ਇਹ ਕੋਰਸ ਅਤੇ ਇਹਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਕਿਸੇ ਕੋਲ DCA ਜਾਂ PGDCA ਸਰਟੀਫਿਕੇਟ ਹੈਗਾ ਜਾਂ 1 ਈਅਰ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਹੈਗਾ ਐਂਡ ਅਦਰਸ 'ਚ ਜੇਕਰ ਤੁਹਾਡੇ ਕੋਲ ਤੁਸੀਂ BCA ਕੀਤੀ ਹੋਈ ਹੈ ਦੈਨ ਯੂ ਡੋਂਟ ਨੀਡ ਆਫ ਇਟ ਐਂਡ BSc IT ਵੀ ਕੀਤੀ ਹੋਈ ਹੈ ਦੈਨ ਯੂ ਡੋਂਟ ਨੀਡ ਆਫ ਇਟ ਐਂਡ ਉਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਦੱਸਿਆ ਗਿਆ
ਜੇਕਰ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਤੁਸੀਂ ਕੀ ਹੈ, ਜੇਕਰ ਤੁਹਾਡੇ ਕੋਲ ਤੁਸੀਂ O ਲੈਵਲ ਦਾ ਕੋਰਸ ਕੀਤਾ ਹੋਇਆ ਹੈ ਤਾਂ ਉਹ ਵੀ ਕੀ ਇਹਦੇ ਵਿੱਚ ਮੰਨਣਯੋਗ ਹੋਏਗਾ। ਉਸ ਤੋਂ ਬਾਅਦ ਜਿਹੜਾ ਕੁਆਲੀਫਾਈ ਟੈਸਟ ਇਨ ਪੰਜਾਬੀ ਇਨ ਯੂਨੀਕੋਡ ਕੰਪਲੇਂਟ ਫੌਂਟ ਰਾਵੀ ਦੇ ਵਿੱਚ ਐਂਡ ਇੰਗਲਿਸ਼ ਟਾਈਪਿੰਗ ਟੈਸਟ ਟੂ ਬੀ ਹੈਲਡ। 2 ਟੈਸਟ ਇਹਦੇ ਵਿੱਚ ਹੋਣਗੇ, ਉਹ ਤੁਹਾਨੂੰ ਕੀ ਆਉਣੀ ਚਾਹੀਦੀ ਹੈ 30 ਵਰਡ ਪਰ ਮਿੰਟ ਦੀ ਸਪੀਡ ਹੋਏਗੀ। ਉਸ ਤੋਂ ਬਾਅਦ ਕੀ ਹੈ ਇਹਦੇ ਵਿੱਚ ਕੁਆਲੀਫਾਈ ਕੰਪੀਟੀਟਿਵ ਟੈਸਟ ਟੂ ਬੀ ਹੈਲਡ ਬਾਈ ਦਾ ਰਿਕਰੂਟਿੰਗ ਅਥਾਰਟੀ। ਪਹਿਲਾ ਜਿਹੜਾ ਤੁਹਾਡਾ ਕੀ ਇਹਦੇ ਵਿੱਚ ਕੰਪੀਟੀਸ਼ਨ ਟੈਸਟ ਹੋਏਗਾ ਐਂਡ ਦੈਨ ਯੂਰ ਟਾਈਪਿੰਗ ਟੈਸਟ ਵਿਲ ਬੀ ਟੇਕਨ। ਉਸ ਤੋਂ ਬਾਅਦ ਵਿਦਿਅਕ ਯੋਗਤਾ ਸਰਟੀਫਿਕੇਟ ਜਿਹੜਾ ਹੋਣਾ ਇਹ 18/11 ਤੱਕ ਕੀ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ। ਮੈਂ ਤਾਂ ਇਹੀ ਕਿਹਾ ਸੀਗਾ ਬਟ ਇਟਸ ਐਕਚੁਅਲੀ 18 ਨਵੰਬਰ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੋ ਸਰਟੀਫਿਕੇਟ ਦੀ ਰਿਜ਼ਰਵੇਸ਼ਨ ਸੰਬੰਧੀ ਜਿਹੜਾ ਕਿ ਹਦਾਇਤਾਂ ਹੈਗੀਆਂ ਮੇਨ, ਜਿਵੇਂ ਕਿ ਇਹਦੇ ਵਿੱਚ ਦੱਸਿਆ ਗਿਆ SC BC ਜਿਹੜੇ ਸਾਬਕਾ ਫੌਜੀਆਂ ਦਾ ਸਰਟੀਫਿਕੇਟ ਪੰਜਾਬ ਸਰਕਾਰ ਦੀਆਂ ਹਦਾਇਤਾਂ ਸੰਬੰਧੀ ਹੋਣਾ ਚਾਹੀਦਾ ਹੈ ਅਤੇ ਯੂ ਮਸਟ ਹੈਵ ਦ ਡੋਮਿਸਾਈਲ ਸਰਟੀਫਿਕੇਟ ਆਫ ਜਿਹੜਾ ਕੀ ਹੈ ਅਪਲਾਈ ਕਰਨ ਲਈ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈਗਾ। ਅਤੇ ਇਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜੇਕਰ ਤੁਸੀਂ ਇੱਕ ਵਾਰ ਪੋਸਟ ਭਰ ਦਿੰਦੇ ਹੋ ਤਾਂ ਫੀਸ ਤੁਹਾਨੂੰ ਵਾਪਸ ਨਹੀਂ ਕੀਤੀ ਜਾਏਗੀ। ਐਂਡ ਬਾਕੀ ਇਹਦੇ ਵਿੱਚ ਕੀ ਹੈ ਉਹੀ ਹੈਗਾ ਕਿ ਜਿਹੜਾ 40% ਇਹਦੇ ਵਿੱਚ ਜ਼ਰੂਰੀ ਹੈਗਾ। 40% ਜਿਹੜਾ ਕੁਆਲੀਫਾਈਂਗ ਮਾਰਕਸ ਹੈਗੇ ਇਹਦੇ ਵਿੱਚ 40% ਤੋਂ ਜੇਕਰ ਤੁਹਾਡੇ ਮਾਰਕਸ ਘੱਟ ਆਉਂਦੇ ਰਿਟਨ ਟੈਸਟ ਦੇ ਵਿੱਚ ਦੈਨ ਯੂ ਆਰ ਨੋਟ ਕੁਆਲੀਫਾਈ ਫੋਰ ਦਾ ਪੋਸਟ ਆਫ ਦਿਸ। ਐਂਡ ਉਸ ਤੋਂ ਬਾਅਦ ਜਿਹੜਾ ਕੀ ਹੈ ਅੰਗਰੇਜ਼ੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਵੀ ਲਿਆ ਜਾਏਗਾ। ਦੈਟ ਇਜ਼ ਅ ਕੁਆਲੀਫਾਈਂਗ ਨੇਚਰ ਦਾ ਹੋਏਗਾ, ਤੁਹਾਨੂੰ ਕਿ ਇਹਦੇ ਵਿੱਚ ਕੁਆਲੀਫਾਈ ਕਰਨਾ ਲਾਜ਼ਮੀ ਹੈਗਾ। ਉਸ ਤੋਂ ਬਾਅਦ ਟਾਈਪਿੰਗ ਟੈਸਟ ਪਾਸ ਉਮੀਦਵਾਰਾਂ ਵਿੱਚੋਂ ਕੁੱਲ ਅਸਾਮੀਆਂ ਤੋਂ 3 ਗੁਣਾ ਜਾਂ ਸਮਰੱਥ ਅਥਾਰਟੀ ਦੇ ਫੈਸਲੇ ਅਨੁਸਾਰ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਏਗਾ। ਦੈਨ ਇੱਥੇ ਕੀ ਹੈ ਮਲਟੀਪਲ ਸ਼ਿਫਟ ਦੇ ਵਿੱਚ ਪੇਪਰ ਹੋਏਗਾ। ਇਹ ਮਲਟੀਪਲ ਸ਼ਿਫਟ ਦੇ ਅਕੋਰਡਿੰਗ ਹੀ ਪੇਪਰ ਲਿਆ ਜਾਏਗਾ। ਅਤੇ ਉਸ ਤੋਂ ਬਾਅਦ ਜਿਹੜਾ ਕਿ ਉਮੀਦਵਾਰ ਨੂੰ ਅਯੋਗ ਕਰਾਰ ਦੇਣ ਜਾਂ ਪਾਤਰਤਾ ਰੱਦ ਕਰਨ ਦੀ ਕੀ ਸ਼ਰਤਾਂ ਹਨ। ਇੱਕ ਤਾਂ ਨੈਚੁਰਲ ਜੀ ਗੱਲ ਵਿਦਿਅਕ ਯੋਗਤਾ ਨਾ ਪੂਰੀ ਹੋਵੇ, ਅਤੇ ਬਾਕੀ ਕੀ ਹੈ ਵਾਈਲ ਅਪਲਾਈਂਗ ਯੂਅਰ ਫੋਰਮ ਯੂ ਮਸਟ ਟੇਕ ਕੇਅਰ ਆਫ ਦਾ ਇੰਸਟਰਕਸ਼ਨ। ਜਿਹੜੀ ਇੰਸਟਰਕਸ਼ਨ ਦਿੱਤੀਆਂ ਗਈਆਂ ਉਹਨਾਂ ਦੇ ਕੀ ਤੁਸੀਂ ਧਿਆਨ ਰੱਖਣਾ ਹੈਗਾ। ਉਸ ਤੋਂ ਬਾਅਦ ਅਪਲਾਈ ਕਰਨ ਦੀ ਜਿਹੜੀ ਵਿਧੀ ਹੈਗੀ ਉਹ ਵੀ ਇਹਦੇ ਵਿੱਚ ਦੱਸ ਦਿੱਤਾ ਗਿਆ ਹੈ ਕਿ ਜੋ ਅੱਜ ਤੋਂ ਹੀ ਕੀ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਅਤੇ 18/11 ਦੀ ਲਾਸਟ ਡੇਟ ਹੈਗੀ ਹੈ। ਉਸ ਤੋਂ ਬਾਅਦ ਕੀ ਹੈ ਆਪਾਂ ਗੱਲ ਕੀਤੀ ਸੀ ਕਿ ਜੋ ਸਿਲੇਬਸ ਪੈਟਰਨ ਹੈਗਾ, ਸਿਲੇਬਸ ਪੈਟਰਨ ਕੀ ਹੈ ਜੋ ਪਹਿਲਾਂ ਜਿੰਨੇ ਵੀ ਪੇਪਰ ਲਏ ਗਏ ਹੈਗੇ ਹੈ PS SSSB ਬੋਰਡ ਵੱਲੋਂ ਜੋ ਕਲਰਕ ਦੀ ਭਰਤੀ ਦੇ ਹੁਣ ਤੱਕ 2 ਪੇਪਰ ਲਏ ਗਏ ਇਹਨਾਂ ਵੱਲੋਂ ਰਿਟਨ ਪੇਪਰ ਮੇਰੇ ਖਿਆਲ ਤੋਂ ਇੱਕ ਹੀ ਲਿਆ ਗਿਆ। ਜੋ ਸਿਲੇਬਸ ਉਸ ਦਾ ਹੈਗਾ ਉਹੀ ਸਿਲੇਬਸ ਕੀ ਹੈ ਇਹਦੇ ਵਿੱਚ ਵੀ ਐਡ ਕੀਤਾ ਜਾਏਗਾ। ਜਿਵੇਂ ਕਿ ਇਹਦੇ ਵਿੱਚ ਕੀ ਹੈ ਇੱਕ ਤਾਂ ਐਪਟੀਟਿਊਡ ਹੋ ਗਿਆ ਐਂਡ ਰੀਜ਼ਨਿੰਗ ਮੈਂਟਲ ਐਬਿਲਿਟੀ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਅਤੇ ਕੁਆਂਟੀਟੇਟਿਵ ਐਪਟੀਟਿਊਡ ਹੋ ਗਿਆ, ਮੈਂਟਲ ਐਬਿਲਿਟੀ ਹੋ ਗਿਆ, GK ਹੋ ਗਿਆ ਐਂਡ ਜੋ ਪੰਜਾਬੀ ਲੈਂਗੁਏਜ ਨੌਲੇਜ ਹੋ ਗਈ ਐਂਡ ਇੰਗਲਿਸ਼ ਲੈਂਗੁਏਜ ਨੌਲੇਜ ਹੋ ਗਈ। ਮੋਸਟਲੀ ਇਹਦੇ ਵਿੱਚ ਕੀ ਹੈ ਜਿਹੜਾ ਇਹ ਪੇਪਰ ਹੋਏਗਾ ਉਹ ਕੀ ਹੈ ਆਈ ਥਿੰਕ ਇਟਸ ਵਿਲ ਬੀ ਆਫ 120 ਮਾਰਕਸ ਦਾ ਹੋਏਗਾ ਜਾਂ 150 ਮਾਰਕਸ ਦਾ ਹੋਏਗਾ। ਸੋ ਤੁਸੀਂ ਕੀ ਹੈ ਸਭ ਤੋਂ ਪਹਿਲਾਂ ਜਿਹੜਾ ਜ਼ੋਰ ਹੈਗਾ ਉਹ ਤੁਸੀਂ ਲਿਖਤੀ ਪੇਪਰ 'ਤੇ ਜ਼ੋਰ ਦੇਣਾ ਹੈਗਾ। ਜੇਕਰ ਲਿਖਤੀ ਪੇਪਰ ਤੁਹਾਡਾ ਕਲੀਅਰ ਹੋਏਗਾ ਤਾਂ ਹੀ ਤੁਸੀਂ ਕੀ ਟਾਈਪਿੰਗ ਟੈਸਟ ਵਾਸਤੇ ਐਲੀਜੀਬਲ ਹੋਣਗੇ, ਅਤੇ ਇਸ ਲਈ ਕਿ ਜੋ ਰਿਟਨ ਟੈਸਟ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਵੇ। ਸੋ ਬੈਸਟ ਆਫ ਲੱਕ ਇਹਨਾਂ ਪੋਸਟਾਂ ਦੇ ਲਈ ਜੋ ਵੀ ਕੈਂਡੀਡੇਟ ਅਪਲਾਈ ਕਰ ਰਹੇ ਹਨ। ਉਸ ਤੋਂ ਇਲਾਵਾ ਕੀ ਹੈ ਜੋ ਸਮੇਂ-ਸਮੇਂ 'ਤੇ ਕੀ ਹੈ ਇਹਨਾਂ ਪੋਸਟਾਂ ਨੂੰ ਲੈ ਕੇ ਜੋ ਵੀ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਉਸ ਲਈ ਇਸ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਅਤੇ ਉਸ ਤੋਂ ਇਲਾਵਾ ਜੋ ਕੀ ਇਹਦੇ ਵਿੱਚ ਕੀ ਹੈ ਰਿਟਨ ਟੈਸਟ ਸੰਬੰਧੀ ਜੋ ਸਿਲੇਬਸ ਡਿਸਕਸ਼ਨ ਹੈਗੀ ਐਂਡ ਜੋ ਮਟੀਰੀਅਲ ਹੋਏਗਾ ਉਹ ਵੀ ਤੁਹਾਨੂੰ ਸਮੇਂ-ਸਮੇਂ 'ਤੇ ਪ੍ਰੋਵਾਈਡ ਕਰਾਇਆ ਜਾਏਗਾ।